ਸਤਿ ਸ਼੍ਰੀ ਅਕਾਲ ਜੀ। ਮੈਂ ਆਸ ਕਰਦਾ ਤੁਸੀਂ ਤੰਦਰੁਸਤ ਤੇ ਠੀਕ ਠਾਕ ਹੋਵੋਗੇ। ਪਿਛਲੇ 2-3 ਦਿਨਾਂ ਤੋਂ ਮੈਂ ਬੜਾ ਕੁਝ ਸੁਣ ਰਿਹਾ ਸੀ। ਸਾਡੇ ਨਿਹੰਗ ਸਿੰਘ ਜਥੇਬੰਦੀਆਂ ਤੇ ਬੜੇ ਤਰ੍ਹਾਂ ਦੇ ਜਿਹੜੇ ਇਲਜ਼ਾਮ ਲਾਏ ਜਾ ਰਹੇ ਆ। ਸੋ ਗੱਲਾਂ ਮੇਰੇ ਤੱਕ ਵੀ ਪਹੁੰਚੀਆਂ। ਮੈਂ ਇਸ ਕਰਕੇ ਰੂਬਰੂ ਨਹੀਂ ਹੋ ਸਕਿਆ ਜਾਂ ਕੋਈ ਗੱਲਾਂ ਨਹੀਂ ਕਰ ਸਕਿਆ ਕਿਉਂਕਿ ਮੈਂ ਸ਼ੂਟ 'ਚ ਬਿਜ਼ੀ ਸੀ। ਪਰ ਕੋਈ ਨਹੀਂ, ਹੁਣ ਆਪਾਂ ਅੱਜ ਇਹ ਸਾਰੀ ਗੱਲ ਕਰਦੇ ਹਾਂ। ਕਰਨੀ ਵੀ ਬੜੀ ਜ਼ਰੂਰੀ ਆ। ਜੋ ਸਾਡੇ ਨਿਹੰਗ ਸਿੰਘ ਫੌਜਾਂ ਨੇ ਕੀਤਾ, ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਜੋ ਪੰਥ ਨੇ ਨਿਆਂ ਕੀਤਾ, ਉਹਦੇ ਨਾਲ ਤਾਂ ਅਸੀਂ ਪਹਿਲਾਂ ਤੋਂ ਹੀ ਸਹਿਮਤ ਹਾਂ। ਚਲੋ ਇਹ ਗੱਲ ਤਾਂ ਹੋ ਚੁੱਕੀ ਆ, ਪਰ ਉਦੋਂ ਅਗਲੀ ਗੱਲ ਬਾਬਾ ਅਮਨ ਨੂੰ ਤੇ ਬਾਬਾ ਰਾਜਾ ਰਾਜ ਸਿੰਘ ਨੂੰ ਜਾਂ ਹੋਰ ਜਿਹੜੇ ਸਾਡੇ ਬੁੱਢਾ ਦਲ, ਤਰਨਾ ਦਲ ਦੇ ਨਿਹੰਗ ਸਿੰਘ ਜਥੇਬੰਦੀਆਂ, ਹੋਰ ਜਿਹੜੇ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਪੰਥ ਦੇ ਜਿਹੜੀਆਂ ਲਾਡਲੀਆਂ ਫੌਜਾਂ ਗੁਰੂ ਦੀਆਂ, ਉਹਨਾਂ ਨੂੰ ਪਹਿਲਾ ਸੁਨੇਹਾ ਤਾਂ ਇਹ ਆ ਵੀ ਤੁਹਾਡੇ ਨਾਲ ਖੜੇ ਆ ਜੀ, ਹਮੇਸ਼ਾ ਹੀ ਨਾਲ ਖੜੇ ਆ। ਕਿਉਂਕਿ ਕਿਸਾਨੀ ਸੰਘਰਸ਼ 'ਚ ਤੁਹਾਡਾ ਬਹੁਤ ਵੱਡਾ ਯੋਗਦਾਨ ਆ। ਪਰ ਅਦਰਵਾਈਜ਼ ਵੀ ਜੋ ਪੰਥਕ ਰਿਪਰੈਜ਼ੈਂਟੇਸ਼ਨ ਆ ਜਾਂ ਪੰਥ ਨੂੰ ਤੁਸੀਂ ਜਿਵੇਂ ਸਾਂਭ ਕੇ ਰੱਖਿਆ, ਪੰਥ ਦੀਆਂ ਰਵਾਇਤਾਂ ਨੂੰ, ਉਸ ਪੁਰਾਤਨ ਜਿਹੜੀਆਂ ਗੱਲਾਂ ਨੂੰ, ਉਸ ਪਵਿੱਤਰਤਾ ਨੂੰ ਤੁਸੀਂ ਸਾਂਭ ਕੇ ਰੱਖਿਆ। ਸੋ ਇਹਦੇ ਲਈ ਅਸੀਂ ਤੁਹਾਡੇ ਹਮੇਸ਼ਾ ਰਿਣੀ ਰਹਾਂਗੇ, ਕਿਉਂਕਿ ਅਸੀਂ ਤਾਂ ਬੜੇ ਦੂਰ ਚਲੇ ਗਏ। ਅਸੀਂ ਉਸ ਪੰਥ ਤੋਂ, ਉਸ ਰਾਹ ਤੋਂ ਬੜੇ ਦੂਰ ਚਲੇ ਗਏ ਤੇ ਆਪਦੇ ਆਪ ਨੂੰ ਹੋ ਸਕਦਾ ਕਿਸੇ ਵੇਲੇ ਮੁੜ ਕੇ ਉੱਧਰ ਨੂੰ ਲੈ ਆਈਏ। ਪਰ ਅੱਜ ਤਾਂ ਬਹੁਤ ਦੂਰ ਆ, ਬਹੁਤ ਤਰ੍ਹਾਂ ਦੀਆਂ ਕਮੀਆਂ ਸਾਡੇ 'ਚ, ਪਰ ਤੁਸੀਂ ਉਹ ਸਾਰੀਆਂ ਜਿਹੜੀਆਂ ਰਹੁ ਰੀਤਾਂ ਨੂੰ ਸੰਭਾਲ ਕੇ ਬੈਠੇ ਹੋ। ਸੋ ਬੜੇ ਰਿਣੀ ਆ ਵੀ ਤੁਸੀਂ ਇੱਕ ਪੰਥਕ ਰਿਪਰੈਜ਼ੈਂਟੇਸ਼ਨ ਦਿੰਦੇ ਹੋ ਇਸ ਧਰਤੀ ਨੂੰ, ਜਿਹੜੀ ਗੁਰੂਆਂ ਦੇ ਨਾਂ 'ਤੇ ਵਸਦੀ ਆ। ਅਗਲੀ ਗੱਲ ਜਿਹੜੀ ਕਰਨੀ ਬਹੁਤ ਜ਼ਰੂਰੀ ਆ, ਬਾਬੇ ਅਮਨ ਦੀਆਂ ਫੋਟੋਆਂ ਆਈਆਂ, ਜਿਹੜੇ ਸਾਡੇ ਖੇਤੀਬਾੜੀ ਮੰਤਰੀ ਆ ਜਾਂ BJP ਦੇ ਖੇਤੀਬਾੜੀ ਮੰਤਰੀ ਆ, ਉਹਨਾਂ ਨਾਲ। ਸੋ ਉਹ ਫੋਟੋਆਂ ਦੇ ਆਧਾਰ 'ਤੇ ਉਹੀ ਪੈਮਾਨੇ ਫੇਰ ਲਾਈ ਜਾਂਦੇ ਹੋ ਵੀ ਵੇਖੋ ਇਹ ਤਾਂ ਬੈਠੇ ਆ BJP ਦੇ ਕਿਸੇ ਮੰਤਰੀ ਨਾਲ, ਇਹ ਤਾਂ ਹੋ ਸਕਦਾ ਕੋਈ ਪਲੈਨਡ ਕੰਮ ਹੋਵੇ। ਫੋਟੋਆਂ ਦੇ ਆਧਾਰ 'ਤੇ ਤੁਸੀਂ ਬੰਦੇ ਦਾ ਕੀਤਾ ਕਰਾਇਆ ਸਭ ਕੁਝ ਭੁੱਲ ਜਾਣਾ ਤੇ ਫਿਰ ਸਾਰੀ ਦੁਨੀਆ ਨੂੰ ਇੱਕ ਨੈਰੇਟਿਵ, ਇੱਕ ਬਿਰਤਾਂਤ ਚਲਾ ਕੇ ਉਹਨਾਂ ਨੂੰ ਕਨਫਿਊਜ਼ ਕਰਕੇ, ਉਹਨਾਂ ਦੀ ਮਾਨਸਿਕ ਸੋਚ ਨੂੰ ਖ਼ਤਮ ਕਰਕੇ ਤੇ ਇੱਕੋ ਪਾਸੇ ਲੈ ਜਾਣਾ ਵੀ ਹਾਂ ਇਹ ਤਾਂ ਕੋਈ ਗੱਲ, ਇਹਦੇ ਪਿੱਛੇ ਤਾਂ ਕੋਈ ਵੱਡਾ ਕਾਰਨ ਹੋਊਗਾ, ਜਾਂ ਤਾਂ ਏਜੰਸੀਆਂ ਹੋਣਗੀਆਂ ਜਿਹੜਾ ਆਮ ਤੌਰ 'ਤੇ ਇੱਕ ਨੈਰੇਟਿਵ ਚੱਲਦਾ, ਜਾਂ BJP ਹੋਊਗੀ। ਇਹਦੇ ਬਾਰੇ ਇੱਕ ਆਪਾਂ ਗੱਲ ਕਰਨੀ ਸੀ ਜਿਹੜੀ ਬਹੁਤ ਜ਼ਰੂਰੀ ਆ। ਉਹ ਇਹ ਆ ਵੀ ਜਦੋਂ ਚੱਲਦੇ ਕਿਸਾਨੀ ਸੰਘਰਸ਼ 'ਚ ਇਹ ਸਰਕਾਰਾਂ ਕੰਮ ਕਿਵੇਂ ਕਰਦੀਆਂ, ਇਹ ਫੰਕਸ਼ਨ ਕਿਵੇਂ ਕਰਦੀਆਂ, ਇਹ ਚੱਲਦੇ ਸੰਘਰਸ਼ਾਂ 'ਚ ਹਰ ਬੰਦੇ ਨਾਲ ਉੱਥੇ ਕੰਟੈਕਟ 'ਚ ਹੋਣਗੀਆਂ, ਹਰ ਬੰਦੇ ਨਾਲ ਗੱਲਬਾਤ ਵੀ ਹੁੰਦੀ ਹੋਊ। ਜਿਹੜਾ ਬੰਦਾ ਉੱਥੇ ਕੋਈ ਅਸਰ ਰਸੂਖ ਰੱਖਦਾ, ਜਿਹੜਾ ਬੰਦਾ ਲੋਕਾਂ 'ਚ ਪ੍ਰਭਾਵ ਪਾਉਂਦਾ ਜਾਂ ਲੋਕਾਂ 'ਚ ਇਨਫਲੂਐਂਸ ਆ ਉਹਦਾ, ਜਾਂ ਉਹ ਇੱਕ ਪਾਵਰ ਸੈਂਟਰ ਆ ਸੰਘਰਸ਼ ਦਾ, ਉਸ ਬੰਦੇ ਨਾਲ ਗੱਲਬਾਤ ਹੁੰਦੀ ਹੋਊ। ਉਸੇ ਗੱਲਬਾਤ ਦੇ ਸੰਦਰਭ 'ਚ ਜਦੋਂ ਸਾਰਿਆਂ ਨਾਲ ਗੱਲਬਾਤ ਹੁੰਦੀ ਆ ਤਾਂ ਸਰਕਾਰ ਦੇ ਕੁਝ ਨੁਮਾਇੰਦੇ ਆ ਕੇ ਉਹਨਾਂ ਬੰਦਿਆਂ ਨਾਲ ਬਹਿ ਜਾਂਦੇ ਆ, ਉਹਨਾਂ ਬੰਦਿਆਂ ਨਾਲ ਗੱਲਬਾਤ ਕਰਦੇ ਆ, ਉਹਨਾਂ ਗੱਲਾਂ ਬਾਤਾਂ ਰਾਹੀਂ ਜਾਂ ਕੋਲ ਲਾਲਚ ਦੇ ਕੇ ਉਹਨਾਂ ਨੂੰ ਆਪਦੇ ਵੱਲ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਇਹ ਇੱਕ ਰਵਾਇਤ ਆ ਜਿਹੜੀ ਇਕੱਲੇ ਕਿਸਾਨੀ ਸੰਘਰਸ਼ 'ਚ ਨਹੀਂ ਚੱਲਦੀ, ਹਰ ਤਰ੍ਹਾਂ ਦੇ ਸੰਘਰਸ਼ 'ਚ, ਹਰ ਸਮੇਂ ਦੇ ਸੰਘਰਸ਼ 'ਚ ਇਹੀ ਰਵਾਇਤ ਜਿਹੜੀਆਂ ਸਰਕਾਰਾਂ ਜਾਂ ਸਟੇਟ ਆ ਇਹ ਚਲਾਉਂਦੀ ਆ। ਇੰਡੀਵਿਜੂਅਲਸ ਨੂੰ ਟਾਰਗੇਟ ਕਰਨਾ ਕਹਿੰਦੇ ਆ ਇਹਨਾਂ ਨੂੰ। ਸੋ ਜਦੋਂ ਉਹ ਇੰਡੀਵਿਜੂਅਲਸ ਨੂੰ ਟਾਰਗੇਟ ਕਰਦੇ ਆ ਤੇ ਫਿਰ ਸਮੇਂ 'ਤੇ ਸੱਟ ਮਾਰਨੀ ਵੀ ਹੁਣ ਲੋਹਾ ਗਰਮਾ, ਹੁਣ ਸੱਟ ਮਾਰ ਦਿਓ। ਉਹ ਜਿਹੜੀਆਂ ਫੋਟੋਆਂ ਉਹਨਾਂ ਨੇ ਆਪ ਖਿੱਚੀਆਂ ਹੋਣਗੀਆਂ, ਉਹ ਇਹੋ ਜਿਹੇ ਸਮੇਂ 'ਤੇ ਉਹਨਾਂ ਨੇ ਤੁਹਾਡੇ ਸਨਮੁਖ ਜਾਂ ਤੁਹਾਡੇ ਸਾਹਮਣੇ ਲਿਆ ਕੇ ਲੀਕ ਕਰ ਦੇਣੀਆਂ ਤੇ ਤੁਹਾਨੂੰ ਜਮਾਂ ਆਪਦੇ ਬੰਦਿਆਂ ਤੋਂ ਦੂਰ ਲਿਜਾ ਕੇ ਉਹਨਾਂ ਨੂੰ ਬਦਨਾਮ ਕਰਨਾ। ਇਹਨੂੰ ਕਹਿੰਦੇ ਆ ਕ੍ਰੈਡੀਬਿਲਿਟੀ, ਜਿਹੜੀ ਲੂਜ਼ ਕਰਾਉਂਦੇ ਆ ਆਪਦੇ ਬੰਦਿਆਂ ਦੀ। ਕਿਉਂਕਿ ਸਾਡੇ ਕੋਲੇ ਹੈ ਕੀ, ਜਦੋਂ ਸੰਘਰਸ਼ੀ ਬੰਦੇ ਆ ਜਿਹੜੇ ਉਸ ਸੰਘਰਸ਼ ਦੇ ਕੋਈ ਮੋਢੀ ਆ ਜਾਂ ਉੱਥੇ ਪਾਵਰ ਸੈਂਟਰ ਆ ਜਾਂ ਉੱਥੇ ਪ੍ਰਭਾਵ ਪਾਉਣ ਵਾਲੇ ਬੰਦੇ ਆ, ਜਿਨ੍ਹਾਂ ਨਾਲ ਲੋਕ ਰਿਲੇਟ ਕਰਦੇ ਆ, ਜਿਨ੍ਹਾਂ ਦੇ ਚਿਹਰਿਆਂ ਨਾਲ ਰਿਲੇਟ ਕਰਦੇ ਆ, ਉਹਨਾਂ ਬੰਦਿਆਂ ਦੀ ਸਭ ਤੋਂ ਵੱਡੀ ਦੌਲਤ ਜਿਹੜੀ ਹੁੰਦੀ ਆ ਕ੍ਰੈਡੀਬਿਲਿਟੀ। ਲੋਕਾਂ 'ਚ ਉਹਨਾਂ ਦਾ ਅਸਰ ਰਸੂਖ, ਤਾਂ ਹੀ ਤਾਂ ਲੋਕ ਉਹਨਾਂ ਦੀ ਗੱਲ ਮੰਨਣਗੇ, ਪਿੱਛੇ ਲੱਗਣਗੇ, ਕਿਉਂਕਿ ਲੋਕਾਂ ਨੂੰ ਪਤਾ ਉਹ ਸੱਚੇ ਸੁੱਚੇ ਆ।
ਹੁਣ सच्चे सुच्चे वाली गल जिहड़ी आ उस क्रैडिबिलिटी नूं सरकारां ने ते एजेंसियां ने या जिहड़े वो बंदे चाहुंदे आ भी ये संघर्ष खराब होवे उन्हां ने खराब करना हुंदा। सो वो की करदे आ, वो क्रैडिबिलिटी लूज करन वास्ते कोई मौका नहीं छड्डदे। सो समय ते तुसीं वेखो जदों साडे पंथ ने बेअदबी जो श्री गुरु ग्रंथ साहब की करन की कोशिश की सी उहदा न्याय लिया ते फिर किवें चालां चलदे आ। साडे आगू तां नाल नहीं खड़े, हालांकि उन्हां नूं खड़ना चाहिदा ते अज भी पंथ दे नाल खड़ना चाहिदा। एक गल आपां स्पष्ट कर दईए भी जे पंथ खड़ा तां संघर्ष आ, जे पंथ उत्थे नहीं आ तां संघर्ष दी जिहड़ा रौं आ, संघर्ष दा एक जिहड़ा वेग आ या संघर्ष दा एक जिहड़ा अज दा जो भी प्रभाव पैंदा या दबाव पैंदा सरकार ते वो खत्म हो जाना। सो इस करके जिथे आपां गल कर रहे सी उत्थे वापस आउणे आ। पहलां क्रैडिबिलिटी लूज करने वास्ते ये फोटोआं लीक कीतियां गईयां। बाबा अमनदीप निहंग सिंह जिहड़ियां फौजां दी क्रैडिबिलिटी लूज कराउण वास्ते फोटोआं लीक करदे आ। इन्हां चक्करां 'च ना पाओ। फोटोआं दे आधार ते पैमाने ना लाओ, फोटोआं दे आधार ते बंदे ना परखो। साडियां फोटोआं जे इन्हां दियां फोटोआं तुसीं ये देखो, जे इस देश दे प्राइम मिनिस्टर आ जिहड़े मोदी, वो अमरीका वाले लीडरां नाल भी बैठे हुंदे आ, वो अरब कंट्री दे जिहड़े इस्लामिक लीडर्स आ उन्हां नाल भी बैठे हुंदे आ, वो पाकिस्तान दे प्रधानमंत्री नाल भी बैठे हुंदे आ। उन्हां नूं तां फर्क नहीं पैंदा, क्योंकि यही तो एक डिप्लोमैसी है, यही तो एक राजनीति आ। ते साडे बंदे भी फिर साडे बंदे भी अमरीका वालियां नाल भी बैठणगे, साडे बंदे होर जिहड़े कोई नुमाइंदे आ देशां दे उन्हां नाल भी बैठणगे। असीं ये कह लो भी इस्लामिक कंट्रीज़ दे लीडर्स नाल भी बैठांगे, है ना। जे असीं डिप्लोमैटिक टॉक्स ही करने आ ना, असीं किहड़ा कुछ साजिशां घड़ रहे हैं। अज जे अफगानिस्तान च तालिबान राज करदा, मेरा एक सवाल आ भी ਜਿਹੜੇ ਕਹਿੰਦੇ ਆ ਇੰਡੀਅਨ ਗਵਰਨਮੈਂਟ ਦੇ ਨੁਮਾਇੰਦੇ ਉੱਥੋਂ ਦੀ ਰਾਜ ਕਰ ਰਹੀ ਧਿਰ ਨਾਲ ਨਹੀਂ ਬੈਠਣਗੇ, ਤੇ ਜੇ ਬੈਠਣਗੇ ਉਹ ਅੱਤਵਾਦੀ ਹੋ ਜਾਣਗੇ। ਸੋ ਗੱਲ ਜੇ ਆਪਾਂ ਫੋਟੋਆਂ ਦੇ ਆਧਾਰ ਤੇ ਹੀ ਸਮਝਣ ਲੱਗ ਗਏ ਨਾ, ਤੇ ਪੈਮਾਨੇ ਇਹ ਲੱਗ ਗਏ ਵੀ ਫਲਾਣੇ ਦੀ ਫਲਾਣੇ ਨਾਲ ਫੋਟੋ ਆ। ਫਿਰ ਮੈਂ ਇੱਕ ਗੱਲ ਕਿਸਾਨ ਆਗੂਆਂ ਨੂੰ ਵੀ ਕਹਿਣਾ ਚਾਹਣਾ ਵੀ ਤੁਹਾਡੀਆਂ ਵੀ ਫੋਟੋਆਂ ਇਹਨਾਂ ਨੇ ਸਾਂਭ ਰੱਖੀਆਂ ਹੋਣੀਆਂ, ਤੇ ਸਮੇਂ ਆਉਣ ਤੇ ਇੱਕ ਇੱਕ ਆਗੂ ਦੀ ਫੋਟੋ ਇਹਨਾਂ ਨੇ ਆਈ ਲੀਕ ਕਰਨੀ ਆ। ਇਹ ਗੱਲ ਇਹਨਾਂ ਤੇ ਵੀ ਆਉਣੀ ਆ। ਸੋ ਫੋਟੋਆਂ ਦੇ ਆਧਾਰ ਤੇ ਪੈਮਾਨੇ ਨਾ ਲਾਓ। ਇਹ ਫੋਟੋਆਂ ਇਹ ਨਹੀਂ ਦਰਸਾਉਂਦੀਆਂ ਵੀ ਬੰਦੇ ਉਹ ਏਜੰਸੀਆਂ ਦੇ ਆ ਜਾਂ ਬੀਜੇਪੀ ਦੇ ਆ, ਨਹੀਂ, ਉਹ ਸਾਡੇ ਬੰਦੇ ਆ। ਬਾਬਾ ਅਮਨ ਵੀ ਸਾਡਾ, ਬਾਬਾ ਰਾਜਾ ਰਾਜ ਸਿੰਘ ਵੀ ਸਾਡੇ ਆ, ਨਿਹੰਗ ਸਿੰਘ ਜਥੇਬੰਦੀਆਂ ਵੀ ਸਾਡੀਆਂ, ਕਿਉਂਕਿ ਇਹ ਪੰਥ ਸਾਡਾ। ਸੋ ਇਸ ਕਰਕੇ ਜੇ ਪੰਥ ਤੇ ਹੀ ਤਾਂ ਸਾਨੂੰ ਮਾਣ ਆ, ਇੱਥੋਂ ਹੀ ਤਾਂ ਅਸੀਂ ਸਿੱਖਦੇ ਹਾਂ। ਇਹੀ ਤਾਂ ਚਿੰਗ ਜਾਂ ਮਾੜੀ ਮੋਟੀ ਜਿਹੜੀ ਇੰਸਪੀਰੇਸ਼ਨ ਮਿਲਦੀ ਆ ਸਾਨੂੰ ਇੱਥੋਂ ਹੀ ਤਾਂ ਮਿਲਦੀ ਆ। ਅਦਰਵਾਈਜ਼ ਗੁਰੂ ਤੋਂ ਤਾਂ ਅਸੀਂ ਬਹੁਤ ਦੂਰ ਚਲੇ ਗਏ ਹਾਂ। ਸੋ ਇਹ ਗੱਲ ਮੈਂ ਸਪਸ਼ਟ ਕਰਨੀ ਸੀ ਵੀ ਜੋ ਕ੍ਰੈਡੀਬਿਲਿਟੀ ਲੂਜ਼ ਕੀਤੀ ਜਾਂਦੀ ਆ ਜਾਂ ਕਰਵਾਈ ਜਾਂਦੀ ਆ, ਇਹ ਇੱਕ ਸਾਜ਼ਿਸ਼ ਆ। ਇਹ ਸਾਜ਼ਿਸ਼ ਅਧੀਨ ਆਪਾਂ ਨਾ ਆਈਏ। ਬਾਕੀ ਨਿਹੰਗ ਸਿੰਘ ਜਥੇਬੰਦੀਆਂ ਨੂੰ ਮੇਰੀ ਬੇਨਤੀ ਆ, ਪੰਥ ਨੂੰ ਬੇਨਤੀ ਆ ਵੀ ਕਿਸਾਨੀ ਸੰਘਰਸ਼ ਤੁਹਾਡੇ ਕਰਕੇ ਖੜਾ, ਤੁਸੀਂ ਉੱਥੋਂ ਵਾਪਸ ਨਾ ਆਇਓ। ਕਿਉਂ? ਕਿਉਂਕਿ ਜੇ ਤੁਸੀਂ ਵਾਪਸ ਆ ਗਏ ਫਿਰ ਪੰਥਕ ਰਿਪਰੈਜ਼ੈਂਟੇਸ਼ਨ ਤੁਹਾਡੇ ਤੋਂ ਬਿਨਾਂ ਤਾਂ ਸਾਡੇ ਪੱਲੇ ਹੋਰ ਕੁਝ ਹੈ ਹੀ ਨਹੀਂ ਸੀ। ਅਗਲੀ ਗੱਲ, ਜੇ ਤੁਸੀਂ ਵਾਪਸ ਆ ਗਏ ਤਾਂ ਮੈਨੂੰ ਐਂ ਲੱਗਦਾ ਕਿਸਾਨ ਜਿਹੜੇ ਬਜ਼ੁਰਗ ਉੱਥੇ ਸਾਡੇ ਜਿਹੜੇ ਹੋਰ ਜਿਹੜੇ ਬਿਰਧ ਬੰਦੇ ਬੈਠੇ ਆ, ਉਹ ਆਪਦੇ ਆਪ ਨੂੰ ਅਨਾਥ ਮਹਿਸੂਸ ਕਰਨਗੇ। ਸੋ ਤੁਸੀਂ ਉੱਥੇ ਤੁਹਾਡਾ ਰਹਿਣਾ ਉਸ ਸੰਘਰਸ਼ ਦਾ, ਚੜ੍ਹਦੀ ਕਲਾ ਦਾ ਪ੍ਰਤੀਕ ਆ। ਜਦੋਂ ਤੁਸੀਂ ਲਾਡਲੀਆਂ ਫੌਜਾਂ ਉੱਥੇ ਆ ਗਈਆਂ ਸੀ, ਸਾਨੂੰ ਐਂ ਲੱਗਦਾ ਸੀ ਵੀ ਸਾਡੀ ਫੌਜ ਵੀ ਸਾਡੇ ਨਾਲ ਬੈਠੀ ਆ ਤੇ ਕਿਸਾਨੀ ਸੰਘਰਸ਼ ਬੜੀ ਚੜ੍ਹਦੀ ਕਲਾ 'ਚ ਲੜਿਆ ਗਿਆ। ਸੋ ਤੁਹਾਨੂੰ ਉੱਥੋਂ ਵਾਪਸ ਨਹੀਂ ਆਉਣਾ ਚਾਹੀਦਾ। ਸਾਨੂੰ ਤੁਹਾਡੇ ਤੇ ਮਾਣ ਆ, ਅਸੀਂ ਤੁਹਾਡੇ ਨਾਲ ਆ, ਹਮੇਸ਼ਾ ਹੀ ਨਾਲ ਰਹਾਂਗੇ। ਕਿਉਂ? ਅਸੀਂ ਤਾਂ ਜਿੱਥੇ ਤੁਸੀਂ ਹੁਕਮ ਲਾਓਗੇ ਤੁਹਾਡੀ ਆਵਾਜ਼ ਆਊਗੀ, ਅਸੀਂ ਨਾਲ ਖੜੇ ਹਾਂ ਜੀ। ਇੰਨੀਆਂ ਕੁ ਗੱਲਾਂ ਆਪਾਂ ਅੱਜ ਕਰਨੀਆਂ ਸੀ। ਬਾਕੀ ਜਿਹੜੀਆਂ ਸਾਡੀਆਂ ਪੰਥਕ ਜਥੇਬੰਦੀਆਂ, ਅਕਾਲ ਤਖਤ ਸਾਹਿਬ ਜਾਂ ਸਾਡੇ ਜਿਹੜੇ ਸਤਿਕਾਰਯੋਗ ਜਥੇਦਾਰ ਅਕਾਲ ਤਖਤ ਆ ਜਾਂ ਸਾਡੇ ਹੋਰ ਜਿਹੜੇ ਪੰਥਕ ਆਗੂ ਆ, ਉਹਨਾਂ ਨੂੰ ਮੇਰੀ ਬੇਨਤੀ ਆ ਵੀ ਅੱਜ
ਨਿਹੰਗ ਸਿੰਘ ਜਥੇਬੰਦੀਆਂ ਨੂੰ, ਸਾਡੇ ਖਾਲਸਾ ਪੰਥ ਨੂੰ, ਗੁਰੂ ਦੀਆਂ ਲਾਡਲੀਆਂ ਫੌਜਾਂ ਨੂੰ ਸਾਡੇ ਐਟਲੀਸਟ ਸਾਥ ਦੀ ਜ਼ਰੂਰਤ ਆ। ਉਹਨਾਂ ਨੂੰ ਫਰਕ ਕੋਈ ਨਹੀਂ ਪੈਂਦਾ, ਕਿਉਂਕਿ ਬਾਬਾ ਅਮਨ ਮੈਨੂੰ ਉਹਨਾਂ ਨੇ ਇੱਕ ਗੱਲ ਕਹੀ ਵੀ ਦੀਪ ਸਿਆਂ ਇਹਨਾਂ ਨੂੰ ਕਹਿ ਦਿਓ 40 ਮੁਕਤਿਆਂ ਤੋਂ ਡਰਨ, ਫਿਰ 5 ਪਿਆਰਿਆਂ ਤੋਂ ਡਰਨ, ਫਿਰ 4 ਸਾਹਿਬਜ਼ਾਦਿਆਂ ਤੋਂ ਡਰਨ, ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਡਰਨ। ਇਹਨਾਂ ਨੂੰ ਕਹਿ ਦਿਓ ਡਰਨ ਇਹ ਝੂਠੇ ਬੰਦੇ, ਇਹ ਜਿੰਨੀਆਂ ਮਰਜ਼ੀ ਫੋਟੋਆਂ ਦਿਖਾਈ ਜਾਣ, ਜੋ ਮਰਜ਼ੀ ਸਾਜ਼ਿਸ਼ਾਂ ਘੜੀ ਜਾਣ, ਆਪਾਂ ਚੜ੍ਹਦੀ ਕਲਾ 'ਚ ਆਂ ਤੇ ਡਟ ਕੇ ਖੜੇ ਆਂ ਤੇ ਡਟ ਕੇ ਖੜੇ ਰਹਾਂਗੇ। ਹੁਣ ਆ ਜਜ਼ਬਾ ਇਹ ਕਿੱਥੋਂ ਲਿਆਓਗੇ ਤੁਸੀਂ? ਹੋਰ ਕਿਸੇ ਤੋਂ ਨਹੀਂ ਲੜਿਆ ਜਾਣਾ ਇਸ ਜਜ਼ਬੇ ਨਾਲ। ਇਸ ਕਰਕੇ ਕਿਸਾਨ ਆਗੂਆਂ ਨੂੰ ਮੇਰੀ ਬੇਨਤੀ ਆ, ਇਹ ਖਾਲਸਾ ਪੰਥ ਦੇ ਜਿਹੜੇ ਲਾਡਲੀਆਂ ਫੌਜਾਂ ਗੁਰੂ ਦੀਆਂ ਉੱਥੇ ਬੈਠੀਆਂ ਨਾ, ਉਹਨਾਂ ਦਾ ਸਾਨੂੰ ਐਂ ਹੱਥਾਂ ਤੇ ਰੱਖਣਾ ਚਾਹੀਦਾ, ਉਹਨਾਂ ਦੀ ਹਰ ਗੱਲ ਸਮਝ ਕੇ ਤੇ ਉਹਨਾਂ ਦਾ ਸਾਥ ਦੇਣਾ ਚਾਹੀਦਾ। ਸੋ ਬਾਕੀ ਪੰਥਕ ਜਥੇਬੰਦੀਆਂ ਨੂੰ ਮੇਰੀ ਬੇਨਤੀ ਆ, ਆਪਦੀ ਆਵਾਜ਼ ਚੱਕੋ ਤਾਂ ਕਿ ਇਹ ਸਾਜ਼ਿਸ਼ਾਂ ਜਿਹੜੀਆਂ ਏਜੰਸੀਆਂ ਤੇ ਸਰਕਾਰ ਕਰਦੀਆਂ, ਇਹਨਾਂ ਨੂੰ ਆਪਾਂ ਬੇਨਕਾਬ ਕਰ ਸਕੀਏ। ਇੰਨੀਆਂ ਕੁ ਬੇਨਤੀਆਂ ਕਰਨੀਆਂ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ। ਜਿਉਂਦੇ ਵਸਦੇ ਰਹੋ ਜੀ। ਸਤਿ ਸ਼੍ਰੀ ਅਕਾਲ।